ਤਾਰਨ ਗੁਜਰਾਲ ਦੀ ਕਹਾਣੀ ਆਸ਼ੀਸ਼ ਦਾ ਬਾਕੀ ਦਾ ਹਿੱਸਾ। ਹਸਪਤਾਲ ਮੇਰੇ ਘਰ ਤੋਂ 2.5-3 ਕਿਲੋਮੀਟਰ 'ਤੇ ਸੀ। ਉਸ ਜ਼ਮਾਨੇ 'ਚ ਰਿਕਸ਼ਾ 'ਤੇ 6-8 ਆਨੇ ਲੱਗਦੇ ਸਨ। ਤਾਂ ਵੀ ਰੋਜ਼ ਆਉਣ ਜਾਣ ਦੇ ਪੈਸੇ ਵੀ ਮੈਂ ਬਚਾਉਣਾ ਚਾਹੁੰਦੀ ਸਾਂ ਕਿ ਉਹ ਵੀ ਉਹਦੇ ਕੰਮ ਆ ਸਕਣ। ਉਸ ਲਈ ਇੱਕ ਸ਼ਾਰਟਕਟ ਕਬਰਿਸਤਾਨ 'ਚੋਂ ਹੋ ਕੇ ਜਾਂਦਾ ਰਸਤਾ ਸੀ ਜੋ ਹਸਪਤਾਲ ਦੇ ਪਿਛਲੇ ਗੇਟ ਤੱਕ ਤੇ ਫਿਰ ਨਰਸਿੰਗ ਹੋਸਟਲ ਵਿੱਚੋਂ ਹੋ ਕੇ ਉਹਦੇ ਵਾਰਡ ਤੱਕ ਨੇੜੇ ਪੈ ਜਾਂਦਾ ਸੀ। ਗਰਮੀ ਦੇ ਦਿਨਾਂ 'ਚ 4 ਵਜੇ ਕੜਕਵੀਂ ਧੁੱਪ ਤੇ ਲੂ 'ਚ ਉਸ ਵੀਰਾਨ ਕਬਰਿਸਤਾਨ 'ਚੋਂ ਲੰਘਦੀ ਤਾਂ ਸਰੀਰ 'ਚ ਸਿਹਰਨ ਭਰ ਜਾਂਦੀ। ਵਾਹਿਗੁਰੂ ਵਾਹਿਗੁਰੂ ਕਰਦੀ ਚੁਪਈ ਦਾ ਪਾਠ ਕਰਦੀ ਸੜਕ 'ਤੇ ਪਹੁੰਚਦੀ ਤਾਂ ਜਾਨ 'ਚ ਜਾਨ ਆਉਂਦੀ। ਜ਼ਖਮ ਮੌਲ ਰਿਹਾ ਸੀ। 2 ਦਿਨ ਛੱਡ ਕੇ ਜਿਸ ਦਿਨ ਪੱਟੀ ਹੁੰਦੀ ਉਹ ਨਿਢਾਲ ਪਿਆ ਹੁੰਦਾ। ਅੱਜ ਕੱਲ੍ਹ ਉਸ ਤੋਂ 2 ਕਮਰੇ ਛੱਡ ਕੇ ਇੱਕ ਜਵਾਨ ਕੁੜੀ ਆਪਣੇ ਬਾਪ ਦੀ ਦੇਖਭਾਲ ਕਰ ਰਹੀ ਸੀ। ਅਸੀਂ ਉਹਦੇ ਬਾਰੇ ਗੱਲਾਂ ਕਰਦੇ, ਉਹ ਕਵਿਤਾ ਵੀ ਲਿਖਦੀ ਸੀ। ਕਈ ਵਾਰੀ ਰਾਤੀ ਉਹਦੇ ਕੋਲ ਬਹਿ ਕੇ ਕਵਿਤਾ ਸੁਣਾਉਂਦੀ, ਗੱਲਾਂ ਕਰਦੀ। ਆਸ਼ੀਸ਼ 'ਚ ਜਾਨ ਭਰ ਰਹੀ ਸੀ, ਉਹਦਾ ਖਲਾਅ ਭਰ ਰਿਹਾ ਸੀ। ਅਸੀਂ ਬੜੀਆਂ ਗੱਲਾਂ ਕਰਦੇ। ਉਹ ਆਪਣੇ ਬਾਰੇ ਮੈਨੂੰ ਸਭ ਕੁਝ ਦੱਸਿਆ। ਦਾਦਾ ਅੰਗਰੇਜ਼ ਸਰਕਾਰ ਦਾ ਮਸ਼ਹੂਰ ਬਾਗੀ ਭਗਤ ਸਿੰਘ ਦਾ ਸਾਥੀ ਸੀ ਜਿਹਨੂੰ ਫਾਂਸੀ ਦੀ ਸਜ਼ਾ ਹੋਈ। ਪਿਓ ਵੀ ਬਗਾਵਤ 'ਚ ਹਿੱਸਾ ਲੈਂਦਾ ਰਿਹਾ, ਜਿੰਨਾ ਬਾਹਰ ਓਨਾ ਹੀ ਜੇਲ੍ਹ। ਜਾਤ ਦੇ ਬ੍ਰਾਹਮਣ ਸਨ, ਪਰ ਜੋ ਵੀ ਜ਼ਮੀਨ ਜਾਇਦਾਦ ਸੀ ਹੌਲੀ ਹੌਲੀ ਜ਼ਬਤ ਹੋ ਗਈ ਜਾਂ ਵਿਕ ਗਈ। ਹਿੰਦੁਸਤਾਨ ਆਜ਼ਾਦ ਹੋਇਆ। ਜਿਸ ਸੂਰਜ ਨੂੰ ਉਹ ਉਡੀਕ ਰਹੇ ਸਨ ਉਹ ਕਦੀ ਨਹੀਂ ਚੜ੍ਹਿਆ। ਮਲਾਈ ਲਾਉਣ ਵਾਲੇ ਸਿਰ 'ਤੇ ਚੜ੍ਹ ਕੇ ਬਹਿ ਗਏ ਤੇ ਮਾਰਕੁੱਟ ਖਾਣ ਤੇ ਜੇਲ੍ਹਾਂ 'ਚ ਸੜਨ ਵਾਲੇ ਹੌਲੀ ਹੌਲੀ ਜੇ ਬਾਹਰ ਵੀ ਆਏ ਤਾਂ ਗਰੀਬੀ ਤੇ ਕੰਗਾਲੀ 'ਚ ਜਕੜਦੇ ਚਲੇ ਗਏ। ਬਾਅਦ ਵਿੱਚ ਆਸ਼ੀਸ਼ ਦੇ ਬਾਪੂ ਜੀ ਨੂੰ ਕੁਝ ਪੈਨਸ਼ਨ ਮਿਲਦੀ ਰਹੀ, ਕੁਝ ਉਹ ਮੁਨਸ਼ੀਗਿਰੀ ਕਰਕੇ ਘਰ ਦਾ ਖਰਚ ਟੋਰਦੇ ਰਹੇ। 2 ਧੀਆਂ 2 ਪੁੱਤਰਾਂ 'ਚੋਂ ਵੱਡੀ ਧੀ ਇੱਕ ਚੰਗੇ ਖਾਂਦੇ ਪੀਂਦੇ ਖਾਨਦਾਨ 'ਚ ਜੈਪੁਰ ਵਿਆਹੀ ਹੋਈ ਸੀ। ਦੂਜੀ ਕਿਸੇ ਕਾਲਜ 'ਚ ਲਖਨਊ ਪੜ੍ਹਾਉਂਦੀ ਸੀ। ਉੱਥੇ ਇੱਕ ਪ੍ਰੋਫੈਸਰ ਨਾਲ ਉਹਨੇ ਪਿਆਰ ਵਿਆਹ ਕਰ ਲਿਆ ਸੀ ਤੇ ਆਪਣੇ ਘਰ ਸੁਖੀ ਸੀ। ਉਹ ਹੀ ਅਕਸਰ ਦੁੱਖ ਸੁੱਖ ਵੇਲੇ ਛੇਤੀ ਨਾਲ ਉਹਨਾਂ ਕੋਲ ਪਹੁੰਚ ਜਾਂਦੀ, ਪਰ ਕਿੰਨੀਆਂ ਕੁ ਛੁੱਟੀਆਂ ਉਹ ਲੈ ਸਕਦੀ ਸੀ। ਜਦੋਂ ਵੀ ਆਉਂਦੀ ਤਕਰੀਬਨ ਸਾਹਮਣਾ ਹੋ ਹੀ ਜਾਂਦਾ। ਵੱਡੇ ਭਰਾ ਨੇ ਮਸਾਂ ਮੈਟ੍ਰਿਕ ਪਾਸ ਕੀਤੀ ਸੀ ਤੇ ਕਿਸੇ ਕੋਲ ਮੁਨਸ਼ੀਗਿਰੀ ਕਰਦਾ ਸੀ, ਸਿੱਧੜ ਤੇ ਸੁਸਤ। ਉਹਦਾ ਵਿਆਹ ਇੱਕ ਸਕੂਲ ਟੀਚਰ ਨਾਲ ਕਰਤਾ ਦਿੱਤਾ ਸੀ, ਪਰ ਉਹ ਇਹਨਾਂ ਕੋਲ ਨਾ ਰਹਿੰਦੀ, ਆਮ ਤੌਰ 'ਤੇ ਆਪਣੀ ਮਾਂ ਦੇ ਘਰ ਇਲਾਹਾਬਾਦ ਰਹਿੰਦੀ। ਗਰਮੀ ਦੀਆਂ ਛੁੱਟੀਆਂ 'ਚ ਭਰਾ ਤੇ ਬਾਊ ਜੀ ਲੈਣ ਜਾਂਦੇ ਤਾਂ ਨੱਕ ਮੂੰਹ ਸਕੋੜ ਕੇ 2 ਮਹੀਨੇ ਕਿਸੇ ਤਰ੍ਹਾਂ ਕੱਟ ਜਾਂਦੀ। ਉਹਦੀ ਵੱਡੀ ਭੈਣ ਵੀ ਸਕੂਲ ਟੀਚਰ ਸੀ, ਜੋ ਤੋਂ ਵੱਧ ਸਮਾਰਟ ਤੇ ਚਲਾਕ ਸੀ। ਉਹਨੇ 8ਵੀਂ ਪੜ੍ਹਦੇ ਆਸ਼ੀਸ਼ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੋਇਆ ਸੀ। ਉਹ ਮਹੀਨੇ 'ਚ ਕਿਸੇ ਬਹਾਨੇ 1-2 ਚੱਕਰ ਮਾਰ ਜਾਂਦੀ। ਕਦੀ ਆਸ਼ੀਸ਼ ਕਿਸੇ ਬਹਾਨੇ ਚਲਾ ਜਾਂਦਾ। ਆਸ਼ੀਸ਼ ਨੇ ਮੈਨੂੰ ਇੱਕ ਗੱਲ ਦੱਸੀ, ਕਿਸ ਤਰ੍ਹਾਂ ਉਹਨੂੰ ਫਾਹਿਆ ਗਿਆ ਸੀ। ਫਿਰ ਉਹਨੂੰ ਵੀ ਚਸਕਾ ਲੱਗ ਗਿਆ। ਉਹ ਪਛਤਾ ਰਿਹਾ ਸੀ ਕਿ ਆਪਣੇ ਤੋਂ ਕਈ ਸਾਲ ਵੱਡੀ ਔਰਤ ਨਾਲ ਅਜਿਹੇ ਸਬੰਧਾਂ ਵਿੱਚ ਫਸਣ ਕਰਕੇ ਹੀ ਰੱਬ ਨੇ ਉਹਨੂੰ ਇੰਨੀ ਭਿਆਨਕ ਸਜ਼ਾ ਦਿੱਤੀ ਹੈ। ਉਹ ਤਾਂ ਇੱਕ ਵਾਰ ਹਾਲ ਪੁੱਛਣ ਤੱਕ ਵੀ ਹੁਣ ਨਹੀਂ ਸੀ ਆਈ। ਰੁੱਤ ਬਦਲ ਚੁੱਕੀ ਸੀ। ਬਰਸਾਤਾਂ ਤੋਂ ਪਿੱਛੋਂ ਹਲਕੀ ਹਲਕੀ ਠੰਡ ਸ਼ੁਰੂ ਹੋ ਗਈ ਸੀ। 2 ਆਪਰੇਸ਼ਨ ਹਾਲੇ ਬਾਕੀ ਸਨ। ਕੱਟੀਆਂ ਹੋਈਆਂ ਹੱਡੀਆਂ ਤੇ ਗ੍ਰਾਫਟਿੰਗ ਕਰਨੀ ਹਾਲੇ ਬਾਕੀ ਸੀ। ਉਹਦੇ ਲਈ ਉਸੇ ਦੇ ਸਰੀਰ ਤੋਂ ਚਮੜੀ ਦਾ ਟੁਕੜਾ ਲਾਹ ਕੇ ਹੱਡੀ ਨੂੰ ਸਿਉਂ ਕੇ ਢਕਣਾ ਜਾਂ ਪੱਟਾਂ ਦਾ ਮਾਸ ਖਿੱਚ ਕੇ ਬਾਹਰ ਤੱਕ ਲਿਆ ਕੇ ਹੱਡੀ ਢੱਕ ਕੇ ਟਾਂਕੇ ਲਾਉਣੇ। ਦੋਵੇਂ ਤਰੀਕੇ ਬਹੁਤ ਤਕਲੀਫਦੇਹ ਸਨ, ਪਰ ਡਾਕਟਰਾਂ ਨੇ ਚਮੜੀ ਖਿੱਚਣ ਨੂੰ ਤਰਜੀਹ ਦਿੱਤੀ ਕਿ ਇਹ ਤਜਰਬਾ ਕੀਤਾ ਜਾਏ। ਆਪਰੇਸ਼ਨ ਹੋ ਤਾਂ ਗਿਆ, ਜਿਸ 'ਚ ਕਈ ਘੰਟੇ ਲੱਗੇ। 2 ਵਾਰੀ ਉਹਦਾ ਦਿਲ ਡੁੱਬਿਆ। ਚਮੜੀ ਖਿੱਚਣ ਦੀ ਪ੍ਰਕਿਰਿਆ 'ਚ ਬੇਹੋਸ਼ੀ ਦੀ ਕੋਈ ਦਵਾਈ ਅਸਰ ਨਹੀਂ ਸੀ ਕਰ ਰਹੀ। ਹਾਲੇ ਇੱਕ ਲੱਤ ਨੂੰ ਛੇੜਿਆ ਹੀ ਸੀ। 6-7 ਘੰਟੇ ਉਸ 'ਚ ਹੀ ਲੱਗ ਗਏ। ਆਸ਼ੀਸ਼ ਰੋ ਕੇ ਬੇਹਾਲ ਸੀ, ਕਿਸੇ ਤਰ੍ਹਾਂ ਵੀ ਸੰਭਲ ਨਹੀਂ ਸੀ ਰਿਹਾ। ਹੁਣ ਬਸ ਮੈਨੂੰ ਇੱਕੋ ਟੀਕਾ ਲਾ ਦਿਓ, ਮੈਂ ਸੌਂ ਜਾਵਾਂ ਸਦਾ ਲਈ। ਤਕਲੀਫ ਤਾਂ ਬਹੁਤ ਹੋਈ, ਪਰ ਆਪਰੇਸ਼ਨ ਕਾਮਯਾਬ ਹੋ ਗਿਆ। ਡਾਕਟਰ ਬਹੁਤ ਖੁਸ਼ ਸਨ ਤੇ ਉਹਨੂੰ ਸਮਝਾ ਰਹੇ ਸਨ ਕਿ ਸੋਚ, ਜੇ ਚਮੜੀ ਉਤਾਰ ਕੇ ਗ੍ਰਾਫਟਿੰਗ ਕੀਤੀ ਜਾਂਦੀ ਤਾਂ ਤੇਰੇ ਸਰੀਰ ਦਾ ਕੀ ਹਾਲ ਹੁੰਦਾ, ਕੀ ਇਹ ਤੋਂ ਘੱਟ ਦਰਦ ਹੁੰਦੀ। ਹੁਣ ਅਸੀਂ ਪਲਾਨ ਬਣਾਉਂਦੇ ਕਿ ਅਗਲੀ ਜ਼ਿੰਦਗੀ ਕਿਵੇਂ ਜਿਉਣੀ ਹੈ। ਸਿਰਫ ਧੜ ਨਾਲ ਆਪਣੀ ਕਿਰਿਆ ਕਿਵੇਂ ਸਾਧੇਂਗਾ, ਕਿਵੇਂ ਜੀਵੇਂਗਾ, ਕਿਹਦੇ ਲਈ। ਉਹਨੂੰ ਮੈਂ ਬੋਰਿਸ ਪੋਲੋਵੋਈ ਦੇ ਨਾਵਲ ਅਸਲੀ ਇਨਸਾਨ ਦੀ ਕਹਾਣੀ ਸੁਣਾਉਂਦੀ, ਕਿਵੇਂ ਦੋਹਾਂ ਕੱਟੀਆਂ ਲੱਤਾਂ ਨਾਲ ਮਿਹਨਤ ਕਰਕੇ ਨੋਰਮਲ ਹੋ ਗਿਆ ਤੇ ਨਕਲੀ ਲੱਤਾਂ ਨਾਲ ਅਸਲੀ ਜ਼ਿੰਦਗੀ ਜੀ ਸਕਿਆ। ਉਹਨੂੰ ਮੈਂ ਇਸ ਕਿਤਾਬ ਦਾ ਹਿੰਦੀ ਅਨੁਵਾਦ ਖਰੀਦ ਕੇ ਪੜ੍ਹਨ ਲਈ ਦਿੱਤਾ। ਆਖਰੀ ਆਪਰੇਸ਼ਨ ਸੀ ਉਹਦਾ। 2-3 ਦਿਨ ਤੋਂ ਬੇਹੱਦ ਬੇਚੈਨ ਤੇ ਡਰਿਆ ਹੋਇਆ ਸੀ। ਹੁਣ ਮੈਂ ਨਹੀਂ ਬਚ ਸਕਣਾ। ਇਹ ਸਾਰੇ ਡਾਕਟਰ ਮਿਲ ਕੇ ਬੁੱਚੜਾਂ ਵਾਂਗ ਮੇਰੀ ਚਮੜੀ ਖਿੱਚਦੇ ਨੇ। ਮਾਂ ਜੀ,
ਤੁਸੀਂ ਮੇਰੀ ਮਦਦ ਕਰੋ, ਮੈਨੂੰ ਬਚਾ ਲਓ। ਇਸ ਭਿਆਨਕ ਦਰਦ ਤੋਂ ਹੁਣ ਹੋਰ ਨਹੀਂ ਸਹਿ ਹੋਣਾ। ਉਹ ਰੋਂਦਾ ਰਿਹਾ, ਉਹਦੀਆਂ ਹਿਚਕੀਆਂ ਵੱਜ ਗਈਆਂ। ਮੈਂ ਚੁੱਪਚਾਪ ਉਹਦਾ ਮੱਥਾ ਸਹਿਲਾਉਂਦੀ ਰਹੀ, ਹੱਥ ਘੁੱਟਦੀ ਰਹੀ, ਚੁੰਮਦੀ ਰਹੀ। ਮੇਰੇ ਬੋਲ ਗਵਾਚ ਗਏ ਸਨ। ਆਸ਼ੀਸ਼ ਬੇਟੇ, ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ, ਕੱਲ੍ਹ ਤੇਰੀ ਸਾਰੀ ਪੀੜ ਮੈਂ ਲੈ ਲਾਂਗੀ। ਤੈਨੂੰ ਬਿਲਕੁਲ ਦਰਦ ਨਹੀਂ ਹੋਏਗਾ। ਕੀ ਤੂੰ ਮੇਰੇ 'ਤੇ ਭਰੋਸਾ ਕਰ ਸਕਦਾ ਹੈ? ਸੱਚਮੁੱਚ ਇੱਕ ਚਮਤਕਾਰ ਵਾਪਰਿਆ। ਦੂਜੇ ਦਿਨ ਉਹਦੇ ਆਪਰੇਸ਼ਨ ਵਕਤ ਮੈਂ ਲਗਾਤਾਰ ਰੋ ਤਰਲੇ ਕਰ ਰੱਬ ਅੱਗੇ ਜੋਦੜੀਆਂ ਕਰਦੀ ਰਹੀ। ਦਰਦ ਨਾਲ ਤੜਪਦੀ ਰਹੀ, ਜਿਵੇਂ ਕੋਈ ਮੇਰੀ ਖੱਲ ਖਿੱਚ ਰਿਹਾ ਹੋਵੇ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਨੂੰ ਵੇਖਦੇ ਹੀ ਆਸ਼ੀਸ਼ ਨੇ ਮੁਸਕਰਾ ਕੇ ਸਵਾਗਤ ਕੀਤਾ ਤੇ ਦੱਸਿਆ ਸੱਚਮੁੱਚ ਹੀ ਉਹਨੂੰ ਉਹੋ ਜਿਹਾ ਦਰਦ ਨਹੀਂ ਸੀ ਹੋਇਆ, ਸਗੋਂ ਆਰਾਮ ਨਾਲ ਆਪਰੇਸ਼ਨ ਸਿਰੇ ਚੜ੍ਹ ਗਿਆ। ਉਹ ਹੈਰਾਨ ਵੀ ਸੀ ਤੇ ਬਹੁਤ ਖੁਸ਼ ਵੀ। ਅਗਲੇ 6 ਮਹੀਨੇ ਹੋਰ ਉਹ ਹਸਪਤਾਲ 'ਚ ਰਿਹਾ। ਜ਼ਖਮ ਮੌਲਣ ਵਿੱਚ ਵਕਤ ਲੱਗ ਰਿਹਾ ਸੀ। ਉਸ ਜ਼ਮਾਨੇ 'ਚ ਅੱਜ ਜਿਹੀਆਂ ਕੀਮਤੀ ਤੇ ਕਾਰਗਰ ਦਵਾਈਆਂ ਵੀ ਹਾਲੀ ਹੋਂਦ ਵਿੱਚ ਨਹੀਂ ਸੀ ਆਈਆਂ। ਮੈਂ ਉਹਨੂੰ ਡਾਇਰੀ ਤੇ ਪੈਨ ਲਿਆ ਕੇ ਦਿੱਤਾ ਕਿ ਉਹ ਆਪਣੇ ਖਿਆਲ ਲਿਖਦਾ ਰਹੇ। ਉਹ ਰੋਜ਼ ਕੁਛ ਨਾ ਕੁਛ ਲਿਖ ਕੇ ਸੁਣਾਉਂਦਾ, ਡਾਇਰੀ ਦੀ ਸ਼ਕਲ 'ਚ ਜਾਂ ਸੁਪਨੇ ਹੀ। ਪਹਿਲੀ ਕਵਿਤਾ ਵੀ ਉਸ ਹਸਪਤਾਲ ਦੇ ਬੈੱਡ 'ਤੇ ਹੀ ਲਿਖੀ। ਹਸਪਤਾਲੋਂ ਘਰ ਆਉਣ 'ਤੇ ਗਗਨ ਜੀ ਨੇ ਉਹਨੂੰ ਇੱਕ ਪਟੜੇ ਹੇਠਾਂ ਪਹੀਏ ਲਵਾ ਕੇ ਰੇੜਾ ਜਿਹਾ ਬਣਵਾ ਲਿਆ, ਜਿਸ ਨਾਲ ਉਹ ਆਪੇ ਬਾਥਰੂਮ ਚਲਾ ਜਾਂਦਾ, ਨਹਾ ਲੈਂਦਾ, ਅਕਸਰ ਰਸੋਈ 'ਚ ਜਾ ਕੇ ਖਾਣਾ ਬਣਾਉਣ 'ਚ ਵੀ ਬਾਊ ਜੀ ਦੀ ਮਦਦ ਕਰਦਾ। ਉਹ ਛੇਤੀ ਤੰਦਰੁਸਤ ਹੋ ਰਿਹਾ ਸੀ। ਆਪਣੀ ਪੜ੍ਹਾਈ ਉਹਨੂੰ ਵਿੱਚੇ ਛੱਡਣੀ ਪਈ। ਇੰਜੀਨੀਅਰਿੰਗ ਕਰਨੀ ਮੁਮਕਿਨ ਨਹੀਂ ਸੀ, ਸੋ ਅਸੀਂ ਸੁਝਾਅ ਦਿੱਤਾ ਬੈਂਕਿੰਗ ਦੇ ਕੰਪੀਟੀਸ਼ਨ ਦੀ ਤਿਆਰੀ ਕਰੇ। ਹਾਲੇ ਉਹਨੇ ਬਨਾਵਟੀ ਲੱਤਾਂ ਵੀ ਲਵਾਉਣੀਆਂ ਸਨ, ਪਰ ਇਸ ਵਿੱਚ ਹਾਲੇ ਹੋਰ ਵਕਤ ਚਾਹੀਦਾ ਸੀ। ਫਾਰਮ ਭਰ ਦਿੱਤਾ ਗਿਆ, ਲੋੜੀਂਦੀਆਂ ਕਿਤਾਬਾਂ ਕਾਪੀਆਂ ਵੀ ਲੈ ਦਿੱਤੀਆਂ, ਉਸ ਲਿਖਤੀ ਪੇਪਰ ਵੀ ਦੇ ਦਿੱਤੇ। ਉਹ ਅਕਸਰ ਸਾਡੇ ਘਰ ਆਉਂਦਾ। ਉਹਦਾ ਭਰਾ ਵੀਲ ਚੇਅਰ ਰਿਕਸ਼ੇ ਦੀ ਹੁੱਡ ਵਿੱਚ ਰੱਖਦਾ, ਉਹਨੂੰ ਚੁੱਕ ਕੇ ਗੱਦੀ 'ਤੇ ਬਿਠਾ ਦਿੰਦਾ, ਨਾਲ ਹੀ ਪਿਸ਼ਾਬ ਵਾਲਾ ਬਰਤਨ ਵੀ ਲਈ ਆਉਂਦਾ। ਮੈਂ ਦੌੜ ਕੇ ਗੇਟ 'ਤੇ ਉਹਨੂੰ ਕਲਾਵੇ 'ਚ ਲੈ ਲੈਂਦੀ, ਵੀਲ ਚੇਅਰ ਆਪਣੇ ਬੈੱਡ ਨਾਲ ਜੋੜ ਦਿੰਦੀ। ਹੁਣ ਉਹ ਸਾਡੇ ਘਰ ਦਾ ਜੀਅ ਬਣ ਚੁੱਕਿਆ ਸੀ। ਮੇਰੇ ਸਭ ਦੋਸਤ ਤੇ ਰਿਸ਼ਤੇਦਾਰ ਉਹਨੂੰ ਪਿਆਰ ਕਰਦੇ, ਹੱਲਾਸ਼ੇਰੀ ਦਿੰਦੇ। ਅਸੀਂ ਸੁਪਨੇ ਲੈਂਦੇ ਉਹਦੀਆਂ ਲੱਤਾਂ ਦੇ, ਜਿਨ੍ਹਾਂ ਨੇ ਅਸਲੀ ਲੱਤਾਂ ਵਾਂਗ ਉਹਨੂੰ ਤੋਰਨਾ ਸੀ। ਮੱਧ ਪ੍ਰਦੇਸ਼ ਦੇ ਇੱਕ ਆਸ਼ਰਮ ਵੱਲੋਂ ਉਹਦੀ ਅਰਜ਼ੀ ਮਨਜ਼ੂਰ ਹੋ ਗਈ ਸੀ, ਜਿੱਥੇ ਬਹੁਤ ਹੀ ਘੱਟ ਖਰਚ 'ਤੇ ਲੱਤਾਂ ਬਣਨੀਆਂ ਸਨ ਤੇ ਫਿਰ ਰੋਜ਼ ਪ੍ਰੈਕਟਿਸ ਕਰਕੇ ਉਹਨੂੰ ਚੰਗੀ ਤਰ੍ਹਾਂ ਤੁਰਨ ਯੋਗ ਬਣਾ ਦੇਣਾ ਸੀ। ਸਭ ਸੇ ਪਹਿਲੇ ਕਾਨਪੁਰ ਵਾਪਸ ਆकर ਮੈਂ ਆਪਕੇ ਘਰ ਕੀ ਘੰਟੀ ਵਜਾਊਂਗਾ। ਉਹ ਬਹੁਤ ਉਤਸ਼ਾਹ 'ਚ ਸੀ। ਉਹਦਾ ਭਰਾ ਉਹਨੂੰ ਆਸ਼ਰਮ ਵਿੱਚ ਛੱਡ ਕੇ ਵੀ ਆਇਆ, ਪਰ ਪਿੱਛੋਂ ਉਹਦੇ ਪਿਤਾ ਜੀ ਪੂਰੇ ਹੋ ਗਏ ਤੇ ਸਭ ਵਿੱਚੇ ਛੱਡ ਕੇ ਉਹ ਵਾਪਸ ਆ ਗਿਆ। ਬਹੁਤ ਕਮਜ਼ੋਰ ਹੋ ਗਿਆ ਸੀ। ਉੱਥੋਂ ਦਾ ਮਾਹੌਲ ਉਹਨੂੰ ਮਾਰ ਰਿਹਾ ਸੀ। ਪਿਓ ਦੀ ਮੌਤ ਵੀ ਕੋਈ ਘੱਟ ਦੁਖਦਾਈ ਨਹੀਂ ਸੀ। ਉਹਨਾਂ ਕੋਲ ਕਫਨ ਦਫਨ ਲਈ ਵੀ ਪੈਸੇ ਨਹੀਂ ਸਨ। ਸੁਨੇਹਾ ਮਿਲਣ 'ਤੇ ਅਸੀਂ ਦੋਵੇਂ ਜੀ ਭੱਜੇ ਗਏ। ਧੀਆਂ ਦੇ ਘਰ ਦਾ ਪੈਸਾ ਪਿਓ ਦੇ ਮਰਨ 'ਤੇ ਖਰਚ ਨਹੀਂ ਹੋ ਸਕਦਾ। ਅਸੀਂ ਕੰਨਿਆ ਕੁਬਜ਼ ਬ੍ਰਾਹਮਣ ਹੁੰਨੇ ਹਾਂ, ਤੁਸੀਂ ਕੋਈ ਹੀਲਾ ਕਰੋ। ਅਸੀਂ ਦੋਵੇਂ ਧਰਮ ਸੰਕਟ 'ਚ ਫਸ ਗਏ। ਗੁਜਰਾਲ ਸਾਹਿਬ ਤਾਂ ਇਹਨਾਂ ਕੰਮਾਂ ਵਿੱਚ ਅਸਲੋਂ ਹੀ ਕੋਰੇ ਸਨ ਤੇ ਮੈਂ ਗੁਰਦੁਆਰੇ ਦੀ ਵੈਨ ਫੋਨ ਕਰਕੇ ਸੰਸਕਾਰ ਦਾ ਵਕਤ ਦੇ ਦਿੱਤਾ। ਘਰ ਆ ਕੇ ਕੁਝ ਦਿਨ ਪਹਿਲਾਂ ਸਨਮਾਨ 'ਚ ਮਿਲਿਆ ਆਪਣਾ ਦੁਸ਼ਾਲਾ ਕੱਢਿਆ। ਨਵਾਂ ਕਫਨ ਖਰੀਦਣਾ ਮੈਂ ਅਫੋਰਡ ਨਹੀਂ ਸੀ ਕਰ ਸਕਦੀ। ਜਿੰਨੇ ਵੀ ਪੈਸੇ ਘਰ ਸਨ ਲੈ ਕੇ ਅਸੀਂ ਉਹਨਾਂ ਦੇ ਘਰ ਪਹੁੰਚੇ। ਤਦ ਤੱਕ ਬ੍ਰਾਹਮਣ ਪਾਠ ਕਰ ਰਹੇ ਸਨ। ਉਹਦੇ ਵੱਡੇ ਭਰਾ ਦਾ ਮੁੰਡਨ ਹੋ ਚੁੱਕਿਆ ਸੀ। ਕੁਝ ਰਿਸ਼ਤੇਦਾਰਾਂ ਨੇ ਨੁਹਾ ਧੁਆ ਕੇ ਨਵੇਂ ਕੱਪੜੇ ਪਵਾ ਦਿੱਤੇ ਸਨ। ਅਰਥੀ ਤਿਆਰ ਹੋ ਚੁੱਕੀ ਸੀ। ਅਰੇ ਕਿਸਕੇ ਪਾਸ ਹੈ ਸਭ ਸਾਮਾਨ? ਬਾਬੂ ਜੀ ਕੇ ਮੂੰਹ ਮੇ ਰੱਖਣੇ ਕੇ लिए। ਤੇ ਮੈਂ ਵੇਖਿਆ ਉਹਦੀ ਵੱਡੀ ਭੈਣ ਇੱਕ ਕਾਗਜ਼ ਦੇ ਪੁਰਜੇ ਵਿੱਚ 7 ਕੀਮਤੀ ਪੱਥਰ, ਮੂੰਗਾ, ਪੁਖਰਾਜ, ਰੂਬੀ ਤੇ ਹੋਰ ਸੁੱਚੇ ਮੋਤੀ ਸੋਨੇ ਦੇ ਟੁਕੜੇ ਸਹਿਤ ਉਹਨਾਂ ਦੇ ਮੂੰਹ 'ਚ ਰੱਖ ਰਹੇ ਸਨ। ਇੰਨੀ ਗਰੀਬੀ ਵਿੱਚ ਵੀ ਇਹੋ ਜਿਹੇ ਕੀਮਤੀ ਰਿਵਾਜ਼ ਵੇਖ ਕੇ ਮੇਰਾ ਮੂੰਹ ਕੌੜਾ ਹੋ ਗਿਆ। ਆਸ਼ੀਸ਼ ਨੇ ਬੈਂਕ ਕੰਪੀਟੀਸ਼ਨ ਚੰਗੇ ਨੰਬਰਾਂ 'ਤੇ ਪਾਸ ਕਰ ਲਿਆ ਸੀ। ਇੰਟਰਵਿਊ ਵੀ ਉਸ ਪਾਸ ਕਰ ਲਿਆ। ਖਬਰ ਮਿਲਦਿਆਂ ਉਹ ਭੱਜ ਕੇ ਮੇਰੇ ਕੋਲ ਆਉਂਦਾ। ਉਹਦੀਆਂ ਅੱਖਾਂ ਖੁਸ਼ੀ ਨਾਲ ਲਿਸ਼ਕਦੀਆਂ ਹੁੰਦੀਆਂ। ਬੇਸ਼ੁਮਾਰ ਦੁਸ਼ਵਾਰੀਆਂ ਸਨ ਉਹਦੇ ਸਾਹਮਣੇ, ਪਰ ਸਾਡੇ 'ਚੋਂ ਕੋਈ ਵੀ ਉਹਨੂੰ ਅਹਿਸਾਸ ਨਾ ਹੋਣ ਦਿੰਦਾ ਕਿ ਉਹ ਅਪਾਹਜ ਸੀ। ਉਹਦੀ ਮਾਂ ਕੁਝ ਸਾਲ ਪਹਿਲਾਂ ਸੁਰਗਵਾਸ ਹੋ ਗਈ ਸੀ। ਉਹਦੀ ਫੋਟੋ ਹਰ ਵੇਲੇ ਆਪਣੇ ਸਾਹਮਣੇ ਮੇਜ਼ 'ਤੇ ਰੱਖਦਾ। ਪਹਿਲੀ ਨੌਕਰੀ ਇੰਦੌਰ ਪੰਜਾਬ ਨੈਸ਼ਨਲ ਬੈਂਕ 'ਚ ਉਹਨੂੰ ਮਿਲੀ। ਜਦੋਂ ਜੁਆਇਨ ਕਰਨ ਗਿਆ ਤਾਂ ਮੈਨੇਜਰ ਹੈਰਾਨੀ ਭਰੀ ਖੁਸ਼ੀ ਨਾਲ ਭਰ ਗਿਆ। ਉਹਨੂੰ 1% ਵੀ ਆਸ ਨਹੀਂ ਸੀ ਕਿ ਇਹ ਮੁੰਡਾ ਇਕੱਲਿਆਂ ਆ ਕੇ ਰਹਿ ਸਕੇਗਾ। ਪਹਿਲ ਤਾਂ ਉਹਦੇ ਲਗਾਤਾਰ ਖੱਤ ਆਉਂਦੇ ਰਹੇ
ਇੱਕ ਕਮਰਾ ਬੈਂਕ ਦੇ ਨੇੜੇ ਕਿਰਾਏ 'ਤੇ ਲੈ ਕੇ ਉਹ ਆਪ ਖਾਣਾ ਪਕਾਉਂਦਾ, ਆਪਣੇ ਸਾਰੇ ਕੰਮ ਆਪ ਕਰਦਾ। ਵੇਲੇ ਸਿਰ ਬੈਂਕ ਦਾ ਚਪੜਾਸੀ ਜਾਂ ਉਹਦਾ ਕੋਈ ਦੋਸਤ ਉਹਨੂੰ ਵੀਲਚੇਅਰ 'ਤੇ ਬੈਂਕ ਪਹੁੰਚਾ ਵੀ ਦਿੰਦਾ ਅਤੇ ਵਾਪਸ ਵੀ ਛੱਡ ਜਾਂਦਾ। ਮੇਰੇ ਮੋਹਾਲੀ ਆਉਣ ਕਰਕੇ ਉਸ ਨਾਲ ਸਾਰੇ ਸੰਪਰਕ ਟੁੱਟ ਗਏ ਨੇ, ਪਰ ਮੈਂ ਉਹ ਲਈ ਦੁਆ ਕਰਦੀ ਹਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਓਨਾ ਹੀ ਭਰਪੂਰ ਜੀਵੇ ਜਿੰਨੀ ਉਹ ਜਿਉਣੀ ਚਾਹੁੰਦਾ ਸੀ। ਰੱਬ ਕਰੇ ਇੰਝ ਹੀ ਹੋਇਆ ਹੋਵੇ। ਧੰਨਵਾਦ।